ਹੈਲੋ ਸਟੂਡੈਂਟਸ, ਸਤਿ ਸ਼੍ਰੀ ਅਕਾਲ। O2IS ਅਕੈਡਮੀ ਦੇ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਔਰ ਅੱਜ ਆਪਾਂ ਇੱਕ ਹੋਰ ਇੰਪੋਰਟੈਂਟ ਆਰਟੀਕਲ ਜੋ ਹੈ ਉਸ ਨੂੰ ਡਿਸਕਸ ਕਰਾਂਗੇ। ਜਿਸ ਤਰ੍ਹਾਂ ਕਿ ਇਹ ਜੋ ਸੀਰੀਜ਼ ਹੈਗੀ ਹੈ ਐਡੀਟੋਰੀਅਲਸ ਨੂੰ ਲੈ ਕੇ ਜੋ ਆਪਾਂ ਸੀਰੀਜ਼ ਚਲਾਈ ਹੋਈ ਹੈ, ਇਸ ਦਾ ਮੇਨ ਪਰਪਸ ਹੈ ਕਿ ਮੇਨਸ ਤੇ ਜਿੰਨੇ ਵੀ ਸਾਡੇ ਪੇਪਰ 1 2 3 4 ਹੈਗੇ ਨੇ ਉਹਨਾਂ ਨੂੰ ਕਵਰ ਕਰਨ ਦੇ ਵਿੱਚ ਜੋ ਨਿਊਜ਼ਪੇਪਰ ਦੇ ਐਡੀਟੋਰੀਅਲਸ ਨੇ ਉਹ ਸਾਡੀ ਕਿਸ ਤਰ੍ਹਾਂ ਹੈਲਪ ਕਰ ਸਕਦੇ ਨੇ ਔਰ ਕਿਸ ਤਰ੍ਹਾਂ ਉਸ ਐਡੀਟੋਰੀਅਲਸ ਨੂੰ ਡੀਕੋਡ ਕਰਕੇ ਅਸੀਂ ਇੱਕ ਬੈਟਰ ਆਨਸਰ ਰਾਈਟਿੰਗ ਕਰਕੇ ਅੱਛਾ ਸਕੋਰ ਜੋ ਹੈ ਉਹ ਮੇਨਸ ਦੇ ਵਿੱਚ ਲੈ ਸਕਦੇ ਹਾਂ। ਅੱਜ ਦਾ ਜੋ ਆਰਟੀਕਲ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ ਹਾਂ, ਇਹ ਆਰਟੀਕਲ ਜੋ ਹੈ ਦਾ ਇੰਗਲਿਸ਼ ਟ੍ਰਿਬਿਊਨ ਦੇ ਵਿੱਚ 18 ਫੈਬਰਰੀ ਨੂੰ ਇਹ ਆਰਟੀਕਲ ਆਇਆ ਸੀਗਾ। ਔਰ ਦਿਸ ਆਰਟੀਕਲ ਇਜ਼ particularly related to the rural economy need a new deal for revival. This was the heading of this particular article. और अगर ਆਪਾਂ ਇਸ ਆਰਟੀਕਲ ਨੂੰ ਥੋੜਾ ਐਨਾਲਾਈਜ਼ ਕਰਦੇ ਹਾਂ ਤਾਂ this article is related to our journal study paper 3 ਦਾ ਪਾਰਟ ਇਜ਼ ਇੰਡੀਅਨ ਇਕੋਨਮੀ ਨੂੰ ਜੋ ਹੈ ਇਹ ਰਿਲੇਟ ਕਰਦਾ ਹੈਗਾ ਔਰ ਬਹੁਤ ਹੀ ਅੱਛਾ ਆਰਟੀਕਲ ਹੈ। ਇਸ ਆਰਟੀਕਲ ਨੂੰ ਰੀਡ ਕਰਨ ਤੋਂ ਬਾਅਦ ਤੁਸੀਂ ਬਹੁਤ ਸਾਰੇ ਕੁਐਸਚਨਸ ਨੇ ਜੋ ਕਿ ਐਗਰੀਕਲਚਰ ਦੇ ਨਾਲ ਰਿਲੇਟਡ ਕਿ ਐਗਰੀਕਲਚਰ ਦੇ ਵਿੱਚ ਇੱਕ ਕ੍ਰਾਈਸਿਸ ਦਾ ਫੇਸ ਰਹਿੰਦਾ ਹੈ ਔਰ ਕੀ ਸਾਡੇ ਪ੍ਰੋਬਲਮ ਨੇ ਐਗਰੀਕਲਚਰ ਨੂੰ ਲੈ ਕੇ, ਕੀ ਬੇਸਿਕਲੀ ਚੈਲੰਜਸ ਕੀ ਨੇ ਔਰ ਉਹਨਾਂ ਨੂੰ ਕਿਸ ਤਰ੍ਹਾਂ ਸ਼ਾਰਟ ਆਊਟ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੇ ਕੁਝ ਇੱਕ ਦੋ ਇੰਪੋਰਟੈਂਟ ਕੁਐਸਚਨਸ ਨੇ ਜਿਹੜੇ ਕਿ ਇਸ ਐਡੀਟੋਰੀਅਲ ਦੇ ਮੀਡੀਅਮ ਦੇ ਨਾਲ ਤੁਸੀਂ ਬੜਾ ਅੱਛਾ ਉਸ ਨੂੰ ਆਨਸਰ ਜੋ ਹੈ ਉਸ ਨੂੰ ਕਰ ਸਕਦੇ ਹੋ। ਤਾਂ ਇਸੇ ਤਰ੍ਹਾਂ ਹੀ ਇਸ ਨੂੰ ਆਪਾਂ ਜੋ ਹੈ ਅੱਜ ਆਰਟੀਕਲ ਨੂੰ ਡੀਕੋਡ ਕਰਾਂਗੇ ਔਰ ਇਸ ਨੂੰ ਫਰਦਰ ਸਟੱਡੀ ਕਰਾਂਗੇ। ਤਾਂ ਦੇਖਿਓ ਇਸ ਪਾਰਟਿਕੂਲਰ ਐਡੀਟੋਰੀਅਲ ਦੇ ਵਿੱਚ ਜੋ ਰਾਈਟਰ ਹੈਜ਼ ਬੇਸਿਕਲੀ ਟਾਕ ਅਬਾਊਟ one major concept or major concept ਕੀ ਹੈ ਕਿ Indian agriculture and if you look at particular the Punjab based agriculture also, तो what are the basically crisis यानी कि crisis ਕੀ ਹੈਗੀਆਂ ਨੇ। ਤਾਂ ਇਸ crisis ਨੂੰ the writer has very beautifully summed up in 3E. According to the writer, there are basically the problem of 3 E's जो agriculture ਨੂੰ affect ਕਰਦੀਆਂ ਨੇ। What are these 3 E's? Number one problem is the economic crisis, यानी कि what is the economic problem in agriculture? Number two is the ecological crisis, यानी कि environment और ecological जो climate change हो रहा है वो किस तरह agriculture ਦੇ ਉੱਪਰ affect ਕਰ ਰਿਹਾ ਹੈਗਾ। And number three एग्जिस्टेंशियल क्राइसिस, यानी कि जो आज ਦੀ ਡੇਟ ਵਿੱਚ ਜੋ ਕਿਸਾਨ ਹੈ ਜੋ ਫਾਰਮਰ ਹੈ ਉਹ ਕਿਉਂ ਐਗਰੀਕਲਚਰ ਤੋਂ ਥੋੜਾ ਸਾਈਡਲਾਈਨ ਹੋ ਰਿਹਾ ਹੈਗਾ, ਕਿਉਂ ਐਗਰੀਕਲਚਰ ਉਸ ਨੂੰ ਪ੍ਰੋਫਿਟ ਮੇਕਿੰਗ ਵੈਂਚਰ ਨਹੀਂ ਲੱਗ ਰਿਹਾ ਹੈਗਾ ਔਰ ਕਿਸ ਤਰ੍ਹਾਂ ਐਗਰੀਕਲਚਰ ਨੂੰ ਲੈ ਕੇ ਉਹ ਆਪਣੀ ਐਗजिस्टेंस ਨੂੰ ਕਿਸ ਤਰ੍ਹਾਂ ਮੈਜ਼ਰ ਕਰ ਰਿਹਾ ਹੈਗਾ। ਇਹ ਤਿੰਨ ਜੋ ਮੇਜਰ ਪ੍ਰੋਬਲਮਸ ਹੈਗੀਆਂ ਨੇ ਉਹ ਇਸ ਆਰਟੀਕਲ ਦੇ ਵਿੱਚ ਡਿਸਕਸ ਕੀਤੀਆਂ ਗਈਆਂ ਨੇ ਔਰ ਆਪਾਂ ਇਹਨਾਂ ਤਿੰਨਾਂ ਹੀ ਪ੍ਰੋਬਲਮਸ ਨੂੰ ਥੋੜਾ ਡਿਟੇਲ ਦੇ ਵਿੱਚ ਇਸ ਨੂੰ ਸਟੱਡੀ ਕਰਾਂਗੇ। ਤਾਂ ਸਭ ਤੋਂ ਪਹਿਲੀ ਜੋ ਪ੍ਰੋਬਲਮ ਹੈਗੀ ਹੈ ਕਿ ਇੰਡੀਅਨ ਐਗਰੀਕਲਚਰ ਦੇ ਵਿੱਚ ਮੇਜਰ ਪ੍ਰੋਬਲਮ ਕਿੱਥੇ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਇਕਨੋਮਿਕ ਕ੍ਰਾਈਸਿਸ ਦੇ ਬਾਰੇ ਡਿਸਕਸ ਕਰਾਂਗੇ ਜਿਹੜੀ ਕਿ ਐਗਰੀਕਲਚਰ ਦੇ ਵਿੱਚ ਮੇਨ ਸਾਨੂੰ ਇਸ ਸਮੇਂ ਫੇਸ ਕਰਨੀ ਪੈ ਰਹੀ ਹੈਗੀ ਹੈ, ਖਾਸ ਕਰਕੇ ਫਾਰਮਿੰਗ ਕਮਿਊਨਿਟੀ ਨੂੰ। ਸੋ ਇਫ ਯੂ ਲੁੱਕ ਐਟ ਦਾ ਆਰ composition of the farming community, so you will find it here ਕਿ ਇੰਡੀਆ ਦੇ ਵਿੱਚ ਅਪਰੋਕਸੀਮੇਟਲੀ ਤੁਸੀਂ ਦੇਖੋ ਤਾਂ ਹਾਫ ਔਰ ਵਰਕਿੰਗ ਪੋਪੂਲੇਸ਼ਨ ਅਪਰੋਕਸੀਮੇਟਲੀ 58% ਜਿਹੜੀ ਰੂਰਲ ਹਾਊਸਹੋਲਡ ਹੈ ਉਹ ਡਾਇਰੈਕਟਲੀ ਔਰ ਇਨਡਾਇਰੈਕਟਲੀ ਜਿਹੜੀ ਹੈਗੀ ਆ ਉਹ ਐਗਰੀਕਲਚਰ ਔਰ ਰਿਲੇਟਡ ਐਕਟੀਵਿਟੀ ਦੇ ਵਿੱਚ ਇਨਵੋਲਵ ਹੈ। ਲੇਕਿਨ ਇਸ ਦੇ ਬਾਵਜੂਦ ਵੀ ਇੰਨੀ ਵੱਡੀ ਪੋਪੂਲੇਸ਼ਨ ਐਗਰੀਕਲਚਰ 'ਚ ਇਨਵੋਲਵ ਹੋਣ ਦੇ ਬਾਵਜੂਦ ਵੀ ਜੋ ਐਗਰੀਕਲਚਰ ਹੈ ਉਹ ਇੱਕ ਪ੍ਰੋਫਿਟ ਮੇਕਿੰਗ ਵੈਂਚਰ ਜੋ ਹੈ ਉਹ ਨਹੀਂ ਬਣ ਪਾ ਰਿਹਾ ਹੈਗਾ ਜੋ ਕਿ ਇੱਕ ਹੋਣਾ ਚਾਹੀਦਾ ਸੀਗਾ। ਔਰ ਇਸ ਦੇ ਪਿੱਛੇ ਕਾਰਨ ਕੀ ਹੈਗਾ? ਇਸ ਦੇ ਪਿੱਛੇ ਕਾਰਨ ਹੈਗੀਆਂ ਸਮਾਲ ਲੈਂਡ ਹੋਲਡਿੰਗ। ਇਫ ਯੂ ਲੁੱਕ ਐਟ ਦਾ overall land holding in India, you will find it here ਕਿ 86% ਜੋ population ਹੈਗੀ ਆ ਉਹਨਾਂ ਦੇ ਕੋਲ ਕਿੰਨੀ ਲੈਂਡ ਹੋਲਡਿੰਗ ਹੈ? ਲੈਸ ਦੈਨ 2 ਏਕੜ। ਇਹ ਜੋ ਸਟੈਟਸ ਹੈਗੇ ਨੇ 2015-16 ਦੇ ਸੈਂਸਸ ਦੇ ਅਕੋਰਡਿੰਗ ਨੇ ਔਰ ਇਸ ਦੇ ਵਿੱਚ 2 ਏਕੜ ਤੋਂ 86% ਪੋਪੂਲੇਸ਼ਨ ਜੋ ਐਗਰੀਕਲਚਰ ਬੇਸਡ ਐਕਟੀਵਿਟੀਜ਼ ਇਨਵੋਲਵ ਉਸ ਦੇ ਕੋਲ 2 ਏਕੜ ਤੋਂ ਵੀ ਘੱਟ ਜਿਹੜੀ ਹੈਗੀ ਆ ਉਹ ਲੈਂਡ ਹੈਗੀ ਆ। ਐਂਡ ਯੂ ਕੈਨ ਨਾਓ ਵੈਰੀ ਵੈਲ ਇਮੇਜਿਨ ਕਿ 2 ਏਕੜ ਦੇ ਵਿੱਚ ਕੋਈ ਵੀ ਫਾਰਮਰ ਜਿਹੜਾ ਹੈਗਾ ਉਹ ਹਾਈਟੈਕ ਐਗਰੀਕਲਚਰ ਨਹੀਂ ਕਰ ਪਾਉਂਦਾ। ਤਾਂ ਦਿਸ ਇਜ਼ ਵਨ ਪ੍ਰੋਬਲਮ ਹੇਅਰ। Another thing is the average yield is low. ਜਿੰਨੀ ਵੀ ਆਪਾਂ ਅਗਰ ਜੋ ਐਵਰੇਜ ਪ੍ਰੋਡਿਊਸ ਦੀ ਗੱਲ ਕਰੀਏ ਐਗਰੀਕਲਚਰ ਤਾਂ ਉਹ ਬਹੁਤ ਘੱਟ ਹੈਗੀ ਹੈ, ਬਹੁਤ ਥੋੜੀ ਹੈਗੀ ਹੈ ਔਰ ਅਨਸਰਟਨ ਵੀ ਹੈਗੀ ਹੈ। ਇਸ ਦੇ ਪਿੱਛੇ ਵੀ ਇੱਕ ਦੋ ਮੇਨ ਕਾਰਨ ਹੈਗੇ ਨੇ ਕਿਉਂਕਿ ਐਗਰੀਕਲਚਰ ਜਿਹੜੀ ਹੈ ਉਹ ਸਟੈਗਨੇਟ ਹੋ ਚੁੱਕੀ ਹੈਗੀ ਹੈ। ਐਗਰੀਕਲਚਰ ਜੋ ਕ੍ਰੋਪ ਡਾਇਵਰਸੀਫਿਕੇਸ਼ਨ ਆ ਉਹ ਨਹੀਂ ਹੋ ਰਿਹਾ ਹੈਗਾ ਔਰ ਜਿੱਥੇ ਥੋੜਾ ਬਹੁਤ ਕ੍ਰੋਪ ਡਾਇਵਰਸੀਫਿਕੇਸ਼ਨ ਹੋ ਵੀ ਰਿਹਾ ਉੱਥੇ ਜੋ ਤੈਅ ਕੀਮਤਾਂ ਨੇ ਉਹ ਅਜੇ ਨਹੀਂ ਮਿਲ ਪਾ ਰਹੀਆਂ ਹੈਗੀਆਂ। ਔਰ ਇਸ ਤੋਂ ਬਾਅਦ ਅਗਰ ਆਪਾਂ ਲੈਂਡਲੈਸ ਫਾਰਮਰ ਦੀ ਗੱਲ ਕਰੀਏ ਜੋ ਕਿ ਇੰਡਾਇਰੈਕਟਲੀ ਜੋ ਐਗਰੀਕਲਚਰ ਰਿਲੇਟਡ ਐਕਟੀਵਿਟੀਜ਼ ਦੇ ਨਾਲ ਰਿਲੇਟ ਕਰਦੇ ਨੇ, ਨੋ ਡਾਊਟ ਜੋ ਲੈਂਡਲੈਸ ਫਾਰਮਰ ਨੇ ਜਾਂ ਫਾਰਮ ਜੋ ਬੇਸਡ ਜੋ ਵਰਕਿੰਗ ਪੋਪੂਲੇਸ਼ਨ ਹੈਗੀ ਆ ਉਹ ਉਸਦਾ ਨੰਬਰ ਬਹੁਤ ਜ਼ਿਆਦਾ ਵਧਿਆ ਲੇਕਿਨ ਫਾਰਮ ਵੇਜਸ ਜਿਹੜੀਆਂ ਨੇ ਉਹ ਸਟੈਗਨੇਟ ਚੱਲ ਰਹੀਆਂ ਨੇ।
ਔਰ ਇਸ ਦੇ ਕਾਰਨ ਉਹਨਾਂ ਨੂੰ ਵੀ ਐਗਰੀਕਲਚਰ ਰਿਲੇਟਡ ਐਕਟੀਵਿਟੀ ਤੋਂ ਕੋਈ ਬਹੁਤ ਜ਼ਿਆਦਾ ਬੈਨੀਫਿਟ ਜਿਹੜਾ ਨਹੀਂ ਹੋ ਰਿਹਾ ਹੈਗਾ। ਔਰ ਰਿਜ਼ਲਟ ਕੀ ਹੋ ਰਿਹਾ ਕਿ ਐਗਰੀਕਲਚਰ ਇਕਨੋਮਿਕਲੀ ਵਾਇਬਲ ਨਾ ਹੋਣ ਕਰਕੇ ਕੀ ਹੋ ਰਿਹਾ ਹੈ ਕਿ ਜੋ ਕੰਜ਼ਪਸ਼ਨ ਹੈਗੀ ਹੈ, ਜੋ ਕੰਜ਼ਪਸ਼ਨ ਹੈਗੀ ਆ ਉਹ ਜੋ ਫਾਰਮਿੰਗ ਕਮਿਊਨਿਟੀ ਦੀ ਕੰਜ਼ਪਸ਼ਨ ਜਿਹੜੀ ਹੈਗੀ ਜਾਂ ਕਾਸਟ ਆਫ ਕੰਜ਼ਪਸ਼ਨ ਉਹ ਜ਼ਿਆਦਾ ਹੈ ਔਰ ਇਨਕਮ ਜਿਹੜੀ ਹੈਗੀ ਆ ਉਹ ਘੱਟ ਹੈ, ਜਿਸ ਦੇ ਕਾਰਨ ਕੀ ਹੋ ਰਿਹਾ ਹੈਗਾ ਕਿ ਮੋਰ ਦੈਨ ਹਾਫ ਆਫ ਦਾ ਜੋ ਫਾਰਮ ਬੇਸਡ ਫੈਮਲੀਜ਼ ਹੈਗੀਆਂ ਨੇ ਫਾਰਮਿੰਗ 'ਚ ਨੇ ਉਹ ਕਿਸੇ ਨਾ ਕਿਸੇ ਡੈਪਟ ਦੇ ਵਿੱਚ ਜੋ ਫਸੀਆਂ ਹੋਈਆਂ ਨੇ, ਜਿਸ ਦੇ ਕਾਰਨ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਕਿਸਾਨ ਜੋ ਨੇ ਉਹ ਸੁਸਾਈਡ ਵੀ ਕਰ ਰਹੇ ਨੇ। ਤਾਂ ਫਾਰਮ ਡੈਪਟ ਇਜ਼ ਅਨਦਰ ਮੇਜਰ ਪ੍ਰੋਬਲਮ ਹੇਅਰ। ਸੋ ਇਸ ਦੇ ਵੱਲ ਇਸੇ ਲਈ ਇੱਕ ਅਕੋਰਡਿੰਗ ਟੂ ਦ ਰਾਈਟਰ ਦਿਸ ਇਕਨੋਮਿਕ ਕ੍ਰਾਈਸਿਸ ਦੇ ਜੋ ਐਗਰੀਕਲਚਰ 'ਚ ਇਕਨੋਮਿਕ ਕ੍ਰਾਈਸਿਸ ਹੋਣ ਦੇ ਜੋ ਕਾਰਨ ਹੈਗੇ ਨੇ, ਦੀਜ਼ ਆਰ ਦਾ ਬੇਸਿਕਲੀ 3 to 4 ਮੇਜਰ ਰੀਜ਼ਨ ਹੈ ਜਿਸ ਦੇ ਕਾਰਨ ਐਗਰੀਕਲਚਰ 'ਚ ਪ੍ਰੋਬਲਮ ਆ ਰਹੀ ਹੈਗੀ ਹੈ। ਔਰ ਇਸ ਨੂੰ ਸ਼ਾਰਟ ਆਊਟ ਕਰਨ ਵਾਸਤੇ ਚੈਲੰਜ ਕੀ ਹੈ? ਚੈਲੰਜ ਸਭ ਤੋਂ ਵੱਡਾ ਇਹ ਹੈਗਾ ਕਿ ਅਸੀਂ ਐਗਰੀਕਲਚਰ ਰਿਲੇਟਡ ਜੋ ਹੋਰ ਆਕੂਪੇਸ਼ਨ ਹੈਗੇ ਨੇ, ਜਾਂ ਹਾਰਟੀਕਲਚਰ ਹੈ, ਜਾਂ ਫਿਸ਼ ਫਾਰਮਿੰਗ ਹੈ, ਜਾਂ ਡੇਅਰੀ ਫਾਰਮਿੰਗ ਹੈ, ਉਸ ਨੂੰ ਜ਼ਿਆਦਾ ਜਿਹੜਾ ਹੈਗਾ ਉਸ ਨੂੰ ਪ੍ਰਮੋਟ ਨਹੀਂ ਕਰ ਪਾ ਰਹੇ ਹੈਗੇ ਆ। ਔਰ ਉਸ ਦੇ ਕਾਰਨ ਕੀ ਹੈਗਾ ਕਿ ਅਲਟਰਨੇਟਿਵ ਸੋਰਸ ਆਫ ਇਨਕਮ ਜਿਹੜੇ ਨੇ ਉਹ ਕਿਸਾਨ ਵਾਸਤੇ ਨਹੀਂ ਬਣ ਰਹੇ ਨੇ। ਇਹ ਇੱਕ ਬਹੁਤ ਵੱਡਾ ਚੈਲੰਜ ਹੈ ਜਿਸ ਦੇ ਕਾਰਨ ਐਗਰੀਕਲਚਰ ਦੇ ਵਿੱਚ ਇੱਕ ਇਕਨੋਮਿਕ ਕ੍ਰਾਈਸਿਸ ਜਿਹੜੀ ਬਣੀ ਹੋਈ ਹੈ। ਦ ਸੈਕੰਡ ਥਿੰਗ ਦਿਸ ਰਾਈਟਰ ਇਜ਼ ਟਾਕਿੰਗ ਅਬਾਊਟ ਦ ਇਕੋਲੋਜੀਕਲ ਕ੍ਰਾਈਸਿਸ। ਇਕੋਲੋਜੀਕਲ এনवायरमेंट ਔਰ ਕਲਾਈਮੇਟ ਚੇਂਜ ਵੀ ਜੋ ਹੈ ਉਹ ਐਗਰੀਕਲਚਰ ਨੂੰ ਕਾਫੀ ਹੱਦ ਤੱਕ ਜੋ ਹੈ ਉਹ ਇਫੈਕਟ ਜਿਹੜਾ ਉਹ ਇਸ ਲਈ ਕਰ ਰਿਹਾ ਹੈਗਾ। ਤਾਂ ਦੇਖੋ, ਸਭ ਤੋਂ ਪਹਿਲਾਂ ਅਗਰ ਅਸੀਂ ਇਕੋਲੋਜੀਕਲ ਪੁਆਇੰਟ ਆਫ ਵਿਊ ਤੋਂ ਦੇਖਦੇ ਹਾਂ ਤਾਂ ਗ੍ਰੀਨ ਰੈਵੋਲੂਸ਼ਨ ਹੈਜ਼ ਕਮ ਟੂ ਐਨ ਐਂਡ। ਠੀਕ ਹੈ, ਗ੍ਰੀਨ ਰੈਵੋਲੂਸ਼ਨ ਜੋ 1966 ਦੇ ਟਾਈਮ ਤੇ ਜੋ ਚਲਾਇਆ ਗਿਆ ਸੀਗਾ ਔਰ ਉਹ ਜਿਹੜਾ ਉਸਦਾ ਜੋ ਮੇਨ ਪਰਪਸ ਸੀ ਉਹ ਆਲਮੋਸਟ ਹੁਣ ਜੋ ਹੈ ਉਹ ਖਤਮ ਹੋ ਚੁੱਕਿਆ। ਔਰ ਉਸਦਾ ਕਾਰਨ ਇੱਕ ਕੀ ਨਿਕਲਿਆ ਕਿ ਗ੍ਰੀਨ ਰੈਵੋਲੂਸ਼ਨ ਦੇ ਚੱਲਦੇ ਬਹੁਤ ਜ਼ਿਆਦਾ ਕੈਮੀਕਲ ਫਰਟੀਲਾਈਜ਼ਰ ਦਾ ਯੂਜ਼ ਜੋ ਸੀ ਉਹ ਕੀਤਾ ਗਿਆ ਹੈਗਾ। ਔਰ ਉਸਦਾ ਰਿਜ਼ਲਟ ਕੀ ਨਿਕਲਿਆ ਹੈਗਾ ਕਿ ਅਸੀਂ ਉਹ ਅਜੇ ਵੀ ਉਸੇ ਤਰ੍ਹਾਂ ਉਹ ਵੀਟ ਪੈਡੀ ਦਾ, ਜਿਵੇਂ ਪੰਜਾਬ ਦੀ ਗੱਲ ਕਰੀਏ ਤਾਂ ਵੀਟ ਪੈਡੀ ਦਾ ਸਾਈਕਲ ਅਜੇ ਵੀ ਚੱਲਿਆ ਆ ਰਿਹਾ ਹੈਗਾ। ਔਰ ਉਸ ਦੇ ਵਿੱਚ ਕੀ ਹੋ ਰਿਹਾ ਹੈਗਾ ਕਿ ਦਾ ਐਕਸੈਸਿਵ ਯੂਜ਼ ਆਫ ਫਰਟੀਲਾਈਜ਼ਰ ਔਰ ਪੈਸਟੀਸਾਈਡ ਦਾ ਯੂਜ਼ ਕਰਨ ਦੇ ਨਾਲ ਕੀ ਹੋ ਰਿਹਾ ਹੈਗਾ ਕਿ ਜੋ ਸੋਇਲ ਹੈਲਥ ਹੈ ਉਹ ਖਰਾਬ ਹੋ ਰਹੀ ਹੈਗੀ ਆ। ਔਰ ਉਸ ਦੇ ਵਿੱਚ ਜੋ ਪੈਸਟੀਸਾਈਡ ਹੈ ਰੈਸੀਡਿਊ ਜ਼ਿਆਦਾ ਹੋਣ ਕਰਕੇ ਜੋ ਹੈ ਜੋ ਸੋਇਲ ਹੈਲਥ ਹੈ ਉਹ ਉਨੀ ਜ਼ਿਆਦਾ ਅੱਛੀ ਨਹੀਂ ਰਹਿ ਰਹੀ ਹੈ, ਜਿਸ ਦੇ ਕਾਰਨ ਕੀ ਹੋ ਰਿਹਾ ਹੈ ਕਿ ਜੋ ਪ੍ਰੋਡਿਊਸ ਹੈ, ਜੋ ਫਾਰਮ ਪ੍ਰੋਡਿਊਸ ਐਵਰੇਜ ਹੈ ਉਹ ਡਾਊਨ ਜਾ ਰਹੀ ਹੈ। ਗਰਾਊਂਡ ਵਾਟਰ ਦੀ ਗੱਲ ਕਰੀਏ ਤਾਂ ਪੈਡੀ ਜੈਸੀ ਜੋ ਕ੍ਰੌਪ ਜ਼ਿਆਦਾਤਰ ਪੰਜਾਬ ਦੇ ਵਿੱਚ ਜੋ ਲਗਾਈ ਜਾਂਦੀ, ਇੱਕ ਵਾਟਰ ਗਸਲਿੰਗ ਇੱਕ ਕ੍ਰੌਪ ਸੀਗੀ, ਜਿਸ ਦੇ ਕਾਰਨ ਕੀ ਹੋ ਰਿਹਾ ਹੈਗਾ ਕਿ ਹੌਲੀ ਹੌਲੀ ਜੋ ਗਰਾਊਂਡ ਵਾਟਰ ਲੈਵਲ ਹੈ ਉਹ ਡਾਊਨ ਜਾ ਰਿਹਾ ਹੈਗਾ। ਤਾਂ ਗਰਾਊਂਡ ਵਾਟਰ ਜਿਹੜਾ ਹੈਗਾ ਉਹ ਡਾਊਨ ਜਾਣਾ ਤੁਹਾਨੂੰ ਪਤਾ ਹੈ ਕਿ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਇਕੋਲੋਜੀਕਲ ਡਿਜ਼ਾਸਟਰ ਜਿਹੜਾ ਇਨਵੇਟਿੰਗ ਜਿਹੜਾ ਹੈਗਾ ਉਹ ਜੋ ਹੈ ਪੰਜਾਬ ਜਾਂ ਇੰਡੀਆ ਦੇ ਵਿੱਚ ਉਹ ਬਣ ਰਿਹਾ ਹੈਗਾ। ਅਨਦਰ ਥਿੰਗ ਇਜ਼ ਅਬਾਊਟ ਦਾ ਲਾਸ ਆਫ ਬਾਇਓਡਾਇਵਰਸਿਟੀ, ਕਿਉਂਕਿ ਵੀਟ ਔਰ ਜਿਸ ਤਰ੍ਹਾਂ ਪੰਜਾਬ ਦੇ ਸੈਂਟਰਿਕ ਆਪਾਂ ਗੱਲ ਕਰੀਏ ਤਾਂ ਵੀਟ ਔਰ ਰਾਈਸ ਦਾ ਸਾਈਕਲ ਜਿਹੜਾ ਹੈਗਾ ਉਹ ਬ੍ਰੇਕਆਊਟ ਨਹੀਂ ਹੋ ਰਿਹਾ ਹੈਗਾ, ਕ੍ਰੌਪ ਡਾਇਵਰਸਿਫਿਕੇਸ਼ਨ ਨਹੀਂ ਹੋ ਰਹੀ ਹੈਗੀ ਹੈ। ਔਰ ਜਿਸ ਦੇ ਕਾਰਨ ਕੀ ਹੋ ਰਿਹਾ ਕਿ ਕਿਤੇ ਨਾ ਕਿਤੇ ਬਾਇਓਡਾਇਵਰਸਿਟੀ ਜਿਹੜੀ ਹੈਗੀ ਉਸਦਾ ਵੀ ਲਾਸ ਹੋ ਰਿਹਾ ਹੈਗਾ। ਜੋ ਸੀਡ ਦੀ ਵੈਰਾਈਟੀ ਹੈ, ਦਾ ਡਿਫਰੈਂਟ ਵੈਰਾਈਟੀ ਆਫ ਜੋ ਸੀਡ ਹੈਗੇ ਨੇ ਉਹਨਾਂ ਦੀ ਜੋ ਅਵੇਲੇਬਿਲਿਟੀ ਹੈ ਉਹ ਹੌਲੀ ਹੌਲੀ ਘਟ ਰਹੀ ਹੈਗੀ ਹੈ। ਔਰ ਨਿਊਟ੍ਰੀਐਂਟ ਰਿਚ ਕ੍ਰੌਪਸ ਲਾਈਕ ਮਿਲਟ ਵਗੈਰਾ ਅੱਜ ਦੀ ਡੇਟ ਵਿੱਚ ਨਹੀਂ ਉਗਾਈਆਂ ਜਾਂਦੀਆਂ ਨੇ, ਜਿਸ ਦੇ ਕਾਰਨ ਕੀ ਹੋ ਰਿਹਾ ਕਿ ਸੋਇਲ ਹੈਲਥ ਜਿਹੜੀ ਹੈ ਉਹ ਡਿਗਰੇਡ ਕਰ ਰਹੀ ਹੈਗੀ ਹੈ। ਔਰ ਇਸ ਦੇ ਨਾਲ ਲਾਈਵ ਸਟਾਕ ਇਕੋਨਮੀ ਔਰ ਡੀਫੋਰਸਟੇਸ਼ਨ ਜਿਹੜੀਆਂ ਨੇ ਅਨਦਰ ਪ੍ਰੋਬਲਮਸ ਹੈਗੀਆਂ ਨੇ, ਜੋ ਕਿ ਇੰਡੀਅਨ ਐਗਰੀਕਲਚਰ ਨੂੰ ਇਨ ਦਾ ਫਾਰਮ ਆਫ ਕਲਾਈਮੇਟ ਚੇਂਜ ਜੋ ਹੈ ਉਹ ਅਫੈਕਟ ਜੋ ਹੈ ਉਹ ਕਰ ਰਹੀਆਂ ਹੈਗੀਆਂ। ਔਰ ਇਸ ਦੇ ਨਾਲ ਅਗਰ ਅਸੀਂ ਕਲਾਈਮੇਟ ਚੇਂਜ ਦਾ ਇਸ਼ੂ ਦੇਖੀਏ, ਜਿਸ ਤਰ੍ਹਾਂ ਅਸੀਂ ਦੇਖਦੇ ਹੈਗੇ ਕਿ ਕਈ ਵਾਰ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ, ਮੌਨਸੂਨ ਫੇਲ ਹੋ ਰਹੀ ਹੈ, ਤਾਂ ਇਸ ਦਾ ਕਿ ਇੰਡੀਆ ਦੀ ਐਗਰੀਕਲਚਰ ਜਿਹੜੀ ਹੈਗੀ ਉਹ ਅਜੇ ਵੀ ਰੇਨ ਫੈਡ ਪੂਰੀ ਤਰ੍ਹਾਂ ਜਿਹੜੀ ਹੈਗੀ ਆ ਉਹ ਇਰੀਗੇਸ਼ਨ ਔਰ ਸਬ ਫੈਸਿਲਿਟੀ ਦੇ ਉੱਪਰ ਡਿਪੈਂਡੈਂਟ ਨਹੀਂ ਹੈਗੀ। ਅਜੇ ਬਹੁਤ ਸਾਰੇ ਏਰੀਆ ਨੇ ਜਿੱਥੇ ਕਿ ਐਗਰੀਕਲਚਰ ਰੇਨ ਫੈਡ ਕੀਤੀ ਜਾਂਦੀ ਹੈ। ਤਾਂ ਕਲਾਈਮੇਟ ਚੇਂਜ, ਜਿਸ ਤਰ੍ਹਾਂ ਕਲਾਈਮੇਟ ਚੇਂਜ ਹੋ ਰਿਹਾ ਹੈਗਾ, ਮਾਨਸੂਨ ਕਦੇ ਬਾਰਿਸ਼ ਪੈ ਰਹੀ ਹੈ, ਕਿਤੇ ਬਾਰਿਸ਼ ਨਹੀਂ ਪੈ ਰਹੀ ਹੈ, ਅਗਰ ਪੈ ਰਹੀ ਹੈ ਤਾਂ ਬਹੁਤ ਜ਼ਿਆਦਾ ਬਾਰਿਸ਼ ਪੈ ਰਹੀ ਹੈ, ਤਾਂ ਉਸ ਦਾ ਡਾਇਰੈਕਟ ਇਨਡਾਇਰੈਕਟ ਇਫੈਕਟ ਜਿਹੜਾ ਉਹ ਐਗਰੀਕਲਚਰ ਤੇ ਪੈ ਰਿਹਾ। ਤਾਂ ਇਹ ਸਾਰੇ ਜੋ এনवायरमेंट ਰਿਲੇਟਡ ਪ੍ਰੋਬਲਮਸ ਹੈਗੀਆਂ ਨੇ, ਦੇ ਆਰ ਆਲਸੋ ਕ੍ਰੀਏਟਿੰਗ ਅ ਲੋਟ ਆਫ ਪ੍ਰੋਬਲਮ ਫॉर द ਇੰਡੀਅਨ ਐਗਰੀਕਲਚਰ ਨਾਓ। ਦ ਥਰਡ ਮੇਜਰ ਪ੍ਰੋਬਲਮ ਇਜ਼ ਦ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ, ਬਿਕੋਜ਼ ਐਗਰੀਕਲਚਰ ਜਿਹੜੀ ਹੈਗੀ ਆ ਉਹ ਵਾਇਬਲ ਨਹੀਂ ਰਹਿ ਰਹੀ ਹੈਗੀ। ਵਾਇਬਲ ਨਾ ਹੋਣ ਕਰਕੇ ਕੀ ਹੋ ਰਿਹਾ ਹੈਗਾ ਕਿ ਜਿਸ ਤਰ੍ਹਾਂ ਦੇ ਫਾਰਮਰ ਸੁਸਾਈਡ ਇਸ ਸਾਰੇ ਇੰਸੀਡੈਂਟ ਜਿਹੜੇ ਨੇ ਆਪਾਂ ਦੇਖ ਰਹੇ ਹੈਗੇ, ਤਾਂ ਕਾਰਨ ਕੀ ਹੋ ਰਿਹਾ ਹੈਗਾ ਕਿ ਜੋ ਕਿਸਾਨ ਹੈ, ਜੋ ਫਾਰਮਰ ਹੈ, ਉਹ ਅੱਜ ਆਪਣੀ ਐਗਜ਼ਿਸਟੈਂਸ ਨੂੰ ਲੈ ਕੇ ਜੋ ਹੈ ਬਹੁਤ ਜ਼ਿਆਦਾ ਉਸਦੇ ਮਨ ਦੇ ਵਿੱਚ ਡਰ ਹੈ ਕਿ ਐਗਰੀਕਲਚਰ ਜਿਹੜਾ ਹੈਗਾ ਅੱਗੇ ਫਿਊਚਰ ਦੇ ਵਿੱਚ ਵੀ ਕਾਰਗਰ ਰਹੇਗਾ, ਕਿ ਅੱਗੇ ਵੀ ਫਿਊਚਰ ਦੇ ਵਿੱਚ ਉਨੀ ਜ਼ਿਆਦਾ ਪ੍ਰੋਫਿਟੇਬਲ ਰਹੇਗੀ। ਤਾਂ ਇਸ ਨੂੰ ਲੈ ਕੇ ਬਹੁਤ ਸਾਰੇ ਕੁਐਸਚਨ ਮਾਰਕ ਨੇ ਜੋ ਅੱਜ ਦੀ ਡੇਟ ਦੇ ਵਿੱਚ ਇੱਕ ਇੰਡੀਅਨ ਫਾਰਮਰ ਦੇ ਦਿਮਾਗ ਵਿੱਚ ਹੈ। ਔਰ ਇਹੀ
एक रीज़न है, यही एक रीज़न है कि ਅੱਜ ਦੀ ਡੇਟ ਦੇ ਵਿੱਚ ਜੋ ਫਾਰਮਰ ਹੈਗਾ ਉਹ ਆਪਣੀ ਜੋ ਨੈਕਸਟ ਜਨਰੇਸ਼ਨ ਹੈਗੀ ਆ ਉਸਨੂੰ ਜਾਂ ਤਾਂ ਉਸਨੂੰ ਬਾਹਰ ਭੇਜ ਰਿਹਾ ਹੈਗਾ ਜਾਂ ਉਸਨੂੰ ਕਿਸੇ ਹੋਰ ਆਕੂਪੇਸ਼ਨ 'ਚ ਪਾ ਰਿਹਾ, ਬਟ ਐਗਰੀਕਲਚਰ ਤੋਂ ਉਹ ਅਵੋਇਡ ਕਰ ਰਿਹਾ ਹੈਗਾ ਕਿਉਂਕਿ ਉਸਨੂੰ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਹੈਗਾ ਕਿ ਐਗਰੀਕਲਚਰ ਜਿਹੜੀ ਹੈਗੀ ਆ ਉਹ ਹੁਣ ਪ੍ਰੋਫਿਟ ਮੇਕਿੰਗ ਇੱਕ ਆਕੂਪੇਸ਼ਨ ਨਹੀਂ ਰਹਿ ਗਿਆ ਔਰ ਇਸ ਤੋਂ ਜੋ ਹੈ ਸ਼ਿਫਟ ਕਰਨ ਦੀ ਜ਼ਰੂਰਤ ਹੈਗੀ। ਤਾਂ ਕਿਤੇ ਨਾ ਕਿਤੇ ਇੱਕ ਇੰਡੀਅਨ ਫਾਰਮਰ ਜਿਹੜਾ ਹੈਗਾ ਉਸਨੂੰ ਇੱਕ ਐਗਜ਼ਿਸਟੈਂਸ ਨੂੰ ਲੈ ਕੇ ਵੀ ਇੱਕ ਉਸਨੂੰ ਜੋ ਹੈ ਅੱਜ ਦੀ ਡੇਟ ਵਿੱਚ ਇੱਕ ਡਰ ਜੋ ਹੈ ਉਸਦੇ ਦਿਮਾਗ ਵਿੱਚ ਹੈ। ਤਾਂ ਇਸ ਤਰ੍ਹਾਂ ਦੇ 3 ਮੇਜਰ ਇਸ਼ੂ ਨੇ ਜੋ ਕਿ ਇਸ ਐਡੀਟੋਰੀਅਲ ਵਿੱਚ ਡਿਸਕਸ ਕੀਤੇ ਗਏ ਨੇ, ਜੋ ਅਕੋਰਡਿੰਗ ਟੂ ਦਾ ਰਾਈਟਰ ਆਫ ਦਿਸ ਪਾਰਟਿਕੂਲਰ ਐਡੀਟੋਰੀਅਲ ਅਗਰ ਇਹ 3 ਇਸ਼ੂ ਜਿਹੜੇ ਕਿ ਦੇਖੇ ਨੇ, ਇਕਨੋਮਿਕ ਪ੍ਰੋਬਲਮਸ ਨੇ, ਇਕੋਲੋਜੀਕਲ ਪ੍ਰੋਬਲਮ ਹੈ, ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਨੇ, ਅਗਰ ਇਹ ਤਿੰਨੋਂ ਪ੍ਰੋਬਲਮ ਨੂੰ ਵਰਕਆਊਟ ਕੀਤਾ ਜਾਏ, ਅਗਰ ਇਸ ਨੂੰ ਦੇਖਿਆ ਜਾਏ, ਅਗਰ ਇਸ ਦੇ ਸੋਲੂਸ਼ਨ ਦੇਖੇ ਜਾਣ ਤਾਂ ਡੈਫੀਨੇਟਲੀ ਜੋ ਇੰਡੀਅਨ ਐਗਰੀਕਲਚਰ ਹੈ ਉਹ ਬਹੁਤ ਵਧੀਆ ਪ੍ਰੋਫਿਟ ਮੇਕਿੰਗ ਵੈਂਚਰ ਦੇ ਵਿੱਚ ਆ ਸਕਦੀ ਹੈਗੀ ਹੈ ਔਰ ਇੰਡੀਅਨ ਇਕੋਨਮੀ ਨੂੰ ਵੀ ਬਹੁਤ ਅੱਛਾ ਜੋ ਹੈ ਸਪੋਰਟ ਜੋ ਹੈ ਇਸ ਨੂੰ ਮਿਲ ਸਕਦਾ ਹੈਗਾ। ਤਾਂ ਫਾਈਨਲੀ ਇਸ ਦਾ ਅਗਰ ਅਸੀਂ ਆਰਟੀਕਲ ਦਾ ਕਨਕਲੂਡ ਦੇਖਦੇ ਹੈਗੇ ਤਾਂ ਇਫ ਯੂ ਲੁੱਕ ਐਟ ਦਾ ਸੋਲੂਸ਼ਨ, ਜੋ ਮੇਜਰ ਸੋਲੂਸ਼ਨਸ ਹੈਗੇ ਨੇ, ਸੋ what present need in the agriculture sector, we need a new policy architecture, we need a new policy ਜਿਸ ਦੇ ਵਿੱਚ ਕਿ ਅਗਰ ਸਬਸਿਡੀ ਦੇ ਰਹੀ ਹੈਗੀ ਤਾਂ ਸਾਨੂੰ ਸਬਸਿਡੀਆਂ ਬੰਦ ਕਰਨ ਦੀ ਨਹੀਂ, ਸਾਨੂੰ ਸਬਸਿਡੀ ਨੂੰ ਬਹੁਤ ਹੀ ਐਫੀਸ਼ੀਐਂਟ ਵੇ ਦੇ ਨਾਲ ਦੇਣ ਦੀ ਲੋੜ ਹੈਗੀ ਤਾਂ ਕਿ ਜੋ ਸਬਸਿਡੀ ਦੇਣ ਦਾ ਜੋ ਰੀਅਲ ਪਰਪਸ ਹੈਗਾ ਟੂ ਹੈਲਪ ਦਾ ਫਾਰਮਰ ਉਹ ਪੂਰਾ ਹੋ ਸਕੇ, ਨਾ ਕਿ ਸਿੰਪਲ ਜੋ ਹੈਗੀ ਹੈ ਉਹ ਇੱਕ ਫਾਈਨੈਂਸ਼ੀਅਲ ਸਪੋਰਟ ਦੇ ਕੇ ਔਰ ਉਸ ਦੇ ਬੈਨੀਫਿਟ ਜਿਹੜੇ ਹੈਗੇ ਨੇ ਉਹਨਾਂ ਨੂੰ ਇਗਨੋਰ ਕੀਤਾ ਜਾਏ। ਤਾਂ ਜਿੰਨੀਆਂ ਵੀ ਐਗਰੀਕਲਚਰ ਰਿਲੇਟਡ ਜਾਂ ਸਾਡੀ ਸਬਸਿਡੀਜ਼ ਹੈਗੀਆਂ ਨੇ ਉਹਨਾਂ ਨੂੰ ਹੋਰ ਜ਼ਿਆਦਾ ਐਫੀਸ਼ੀਐਂਟ ਤਰੀਕੇ ਦੇ ਨਾਲ ਡਿਲੀਵਰ ਕਰਨ ਦੀ ਜ਼ਰੂਰਤ ਹੈਗੀ ਹੈ। ਦੇਰ ਇਜ਼ ਆਲਸੋ ਨੀਡ ਏ ਕੰਪਰੀਹੈਂਸਿਵ ਕ੍ਰੌਪ ਇੰਸ਼ੋਰੈਂਸ, ਜੋ ਇੱਕ ਰੀਅਲ ਬੇਸ ਇੰਸ਼ੋਰੈਂਸ ਹੋਣੀ ਚਾਹੀਦੀ ਜਿਸ ਦੇ ਵਿੱਚ ਕਿ ਇੱਕ ਕਿਸਾਨ ਦੀ ਅਗਰ ਕਿਸੇ ਤਰ੍ਹਾਂ ਦੀ ਕੋਈ ਕ੍ਰੌਪ ਅਗਰ ਫੇਲ ਹੋ ਜਾਂਦੀ ਹੈ ਜਾਂ ਕਿਸੇ ਤਰ੍ਹਾਂ ਦੀ ਨੈਚੁਰਲ ਕੈਲੀਮਿਟੀ ਜੀ ਖਰਾਬ ਹੋ ਜਾਂਦੀ ਤਾਂ ਉਸਨੂੰ ਇੱਕ ਪ੍ਰੋਪਰ ਕੰਪਨਸੇਸ਼ਨ ਮਿਲਣਾ ਚਾਹੀਦਾ। ਔਰ ਇਹ ਜੋ ਯੂਨੀਵਰਸਲ ਜੋ ਕ੍ਰੌਪ ਇੰਸ਼ੋਰੈਂਸ ਸ਼ੁੱਡ ਬੀ ਲਾਈਕ ਏ ਯੂਨੀਵਰਸਲ ਵੇ ਔਰ ਇੱਕ ਗਰਾਊਂਡ ਰਿਐਲਿਟੀ ਦੇ ਬੇਸ ਦੇ ਉੱਪਰ ਇੱਕ ਐਫੀਸ਼ੀਐਂਟਲੀ ਇਸ ਨੂੰ ਇੰਪਲੀਮੈਂਟ ਵੀ ਕੀਤਾ ਜਾਣਾ ਚਾਹੀਦਾ ਹੈ। ਐਜ਼ ਵੀ ਹੈਵ ਆਲਰੇਡੀ ਡਿਸਕਸ ਕਿ 50% ਜੋ ਕਿਸਾਨ ਹੈ, ਜੋ ਫਾਰਮਿੰਗ ਕਮਿਊਨਿਟੀ ਹੈਗੀ ਆ ਉਹ ਕਿਸੇ ਨਾ ਕਿਸੇ ਛੋਟੇ ਵੱਡੇ ਡੈਪਟ ਦੇ ਵਿੱਚ ਫਸੀ ਹੋਈ ਹੈ। ਤਾਂ ਇਸ ਡੈਪਟ ਸਾਈਕਲ ਤੋਂ ਕਿਸਾਨ ਨੂੰ ਬਾਹਰ ਨਿਕਾਲਣਾ ਬਹੁਤ ਜ਼ਰੂਰੀ ਹੈ। ਡੈਪਟ ਰਿਲੀਫ ਦੇਣਾ ਕਿਉਂਕਿ ਬਹੁਤ ਸਾਰੀ ਸਟੇਟ ਗੌਰਮੈਂਟ ਈਵਨ ਸੈਂਟਰਲ ਗੌਰਮੈਂਟ ਵੀ ਡੈਪਟ ਰਿਲੀਫ ਦੀ ਗੱਲ ਕਰਦੀ ਹੈ, ਲੇਕਿਨ ਕੀ ਇੱਕ ਕਿਸਾਨ ਨੂੰ ਡੈਪਟ ਰਿਲੀਫ ਦੇਣਾ ਹੀ ਇੱਕ ਸਹੀ ਸੋਲੂਸ਼ਨ ਹੈਗਾ? ਤਾਂ ਅਗਰ ਉਹ ਡੈਪਟ ਰਿਲੀਫ ਦੇਣਾ ਵੀ ਹੈ ਤਾਂ ਉਸਨੂੰ ਕਿਸ ਤਰ੍ਹਾਂ ਦੇਣਾ ਚਾਹੀਦਾ ਕਿ ਤਾਂ ਕਿ ਉਸਦਾ ਜੋ ਰੀਅਲ ਬੈਨੀਫਿਟ ਹੈ ਉਹ ਕਿਸਾਨ ਨੂੰ ਹੋ ਸਕੇ, ਬਲਕਿ ਉਸ ਡੈਪਟ ਦੇ ਸਾਈਕਲ ਤੋਂ ਉਹ ਬਾਹਰ ਨਿਕਲ ਸਕੇ। ਔਰ ਇਸ ਦੇ ਨਾਲ ਐਗਰੀਕਲਚਰ ਦੇ ਵਿੱਚ ਸਾਨੂੰ ਹੋਰ ਵੀ ਬਹੁਤ ਸਾਰੀਆਂ ਡਿਵੈਲਪਮੈਂਟਸ ਕਰਨ ਦੀ ਲੋੜ ਹੈਗੀ ਹੈ, ਜਿਵੇਂ ਕਿ ਪ੍ਰਾਈਵੇਟ ਐਂਟਰਪ੍ਰੈਨਿਅਰਸ਼ਿਪ, ਯਾਨੀ ਕਿ ਜੋ ਵੈਂਚਰ ਹੈਗੇ ਨੇ, ਐਗਰੋ ਪ੍ਰੋਸੈਸਿੰਗ ਇੰਡਸਟਰੀ ਹੈਗੀ ਹੈ ਜਾਂ ਕੋਈ ਪ੍ਰਾਈਵੇਟ ਵੈਂਚਰ ਹੈਗੇ ਨੇ ਐਗਰੀਕਲਚਰ ਦੇ ਵਿੱਚ, ਉਹਨਾਂ ਨੂੰ ਅੱਗੇ ਲਿਆਉਣ ਦੀ ਜ਼ਰੂਰਤ ਹੈਗੀ ਹੈ ਤਾਂ ਕਿ ਇਸ ਐਗਰੀਕਲਚਰ ਨੂੰ ਜੋ ਹੈ ਉਹ ਇੱਕ ਪ੍ਰੋਫਿਟ ਮੇਕਿੰਗ ਵੈਂਚਰ ਦੇ ਵਿੱਚ ਇਸ ਨੂੰ ਕਨਵਰਟ ਕੀਤਾ ਜਾ ਸਕੇ। ਸੋ ਸਟੂਡੈਂਟ, ਇਸ ਪਰਟੀਕੂਲਰ ਆਰਟੀਕਲ ਨੂੰ ਰੀਡ ਕਰਨ ਤੋਂ ਬਾਅਦ ਤੁਸੀਂ ਆਪਣੇ ਇੰਡੀਅਨ ਇਕੋਨਮੀ ਜਾਂ ਐਗਰੀਕਲਚਰ ਇਕੋਨਮੀ ਨਾਲ ਰਿਲੇਟਡ ਅਗਰ ਤੁਹਾਨੂੰ ਉੱਥੇ ਕੋਈ ਕੁਐਸਚਨ PCS ਮੇਨਸ ਦੇ ਵਿੱਚ ਆ ਜਾਂਦਾ ਤਾਂ ਤੁਸੀਂ ਇਹ ਆਰਟੀਕਲ ਦੇ ਵਿੱਚ ਪੁਆਇੰਟਸ ਲੈ ਕੇ ਤੁਸੀਂ ਇੱਕ ਅੱਛਾ ਆਨਸਰ ਜਿਹੜਾ ਹੈਗਾ ਉਹ ਇੱਥੇ ਲਿਖ ਸਕਦੇ ਹੋ। ਇੱਕ ਆਨਸਰ ਤੁਹਾਡੀ ਪ੍ਰੈਕਟਿਸ ਵਾਸਤੇ ਮੈਂ ਇੱਥੇ ਤੁਹਾਨੂੰ ਇਨਪੁਟ ਕੀਤਾ ਹੈਗਾ, ਦੈਟ ਇਜ਼ ਵਾਟ ਆਰ ਦ ਡਿਫਰੈਂਟ ਚੈਲੰਜਸ ਫੇਸਡ ਬਾਈ ਦ ਇੰਡੀਅਨ ਐਗਰੀਕਲਚਰ ਐਂਡ ਹਾਊ ਇਟ ਕੁਡ ਬੀ ਐਡਰੈਸ ਹੀਅਰ। ਤਾਂ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਹੈਗੇ ਨੇ ਤੁਸੀਂ ਆਪਣੇ ਆਨਸਰ ਰਾਈਟਿੰਗ ਜਿਹੜੀ ਹੈਗੀ ਆ ਉਹ ਕਰਨੇ ਸਟਾਰਟ ਕਰ ਦਿਓ ਤਾਂ ਕਿ ਜੋ ਹੈ ਤੁਸੀਂ ਹੌਲੀ ਹੌਲੀ ਜੋ ਹੈ ਇੱਕ ਬੈਟਰ ਆਨਸਰ ਰਾਈਟਿੰਗ ਦੇ ਪਲੇਟਫਾਰਮ ਦੇ ਉੱਪਰ ਤੁਸੀਂ ਆ ਕੇ ਖੜੇ ਹੋ ਸਕੋ। ਸੋ ਸਟੂਡੈਂਟ, ਦਿਸ ਵਾਜ਼ ਦਾ ਸੈਸ਼ਨ ਫॉर ਟੁਡੇ ਔਰ ਫਿਰ ਆਪਾਂ ਮਿਲਾਂਗੇ ਆਪਣੇ ਨੈਕਸਟ ਸੈਸ਼ਨ ਦੇ ਵਿੱਚ। ਟਿਲ ਦਾ ਟਾਈਮ, ਹੈਵ ਅ ਨਾਈਸ ਡੇ ਐਂਡ ਆਲ ਦਾ ਵੈਰੀ ਬੈਸਟ।